हाँ जी विद्यार्थियों, हुण हैगा 10वीं क्लास वालिਆਂ ਦਾ मैथमैटिक्स ਦਾ पेपर 16 मई ਨੂੰ ਤਾਂ इंपॉर्टेंट क्वेश्चन आंसर करांगे ਤੁਹਾਡੇ गैस पेपर ਦੇ ਵਿੱਚੋਂ मोस्ट एक्सपैक्टेड क्वेश्चन फॉर बोर्ड एग्जामिनेशन। ਤਾਂ देख सकते हो कि 2 घंटे ਦਾ ਤੁਹਾਨੂੰ ਸਮਾਂ ਮਿਲੇਗਾ ਤੇ 40 ਨੰਬਰ ਦਾ ਤੁਹਾਡਾ ਇਹ पेपर आएगा। तो देखते हैं सब तो पहला ਤੁਹਾਡਾ चौथे चैप्टर ਦੇ ਵਿੱਚੋਂ दो घाती समीकरण ठीक है टर्म 2 ਦੇ अकॉर्डिंग सिलेबस ਦੇ अकॉर्डिंग ਤੁਹਾਡਾ चौथा चैप्टर बनेगा। पहला तो देखो की है पहला क्वेश्चन, रोहन की माँ उस नालों 26 साल वड्डी है, हुण तो 3 साल बाद उन्हां दीआं उमरां ਦਾ ਜਿਹੜਾ ਹੈਗਾ ਗੁਣਨਫਲ 360 ਹੋ ਜਾਵੇਗਾ। ਰੋਹਨ ਦੀ ਵਰਤਮਾਨ ਉਮਰ ਪਤਾ ਕਰੋ। ਤਾਂ ਦੇਖੋ ਇਹਦੇ ਵਿੱਚ ਕੀ ਹੈ ਕਿ ਮੰਨ ਲਓ ਰੋਹਨ ਦੀ ਵਰਤਮਾਨ ਉਮਰ x ਹੈ ਤੇ ਰੋਹਨ ਦੀ ਮਾਤਾ ਦੀ ਜਿਹੜੀ ਵਰਤਮਾਨ ਉਮਰ x + 26 ਹੈ। ਤਾਂ 3 ਸਾਲ ਬਾਅਦ ਰੋਹਨ ਦੀ ਉਮਰ x + 3 ਹੋਵੇਗੀ ਤੇ 3 ਸਾਲ ਬਾਅਦ ਰੋਹਨ ਦੀ ਮਾਤਾ ਦੀ ਉਮਰ ਕਿੰਨੀ ਹੋਏਗੀ x + 26 + 3 यानी कि फिर इज टू किया जाएगा x + 29। ठीक है जी। प्रश्न अनुसार देखो दोस्तों x + 3 तो x + 29 = 360। ठीक है। तो उस तो बाद दोस्तों ये की दिता है इन्होंने x² 29 x + 3x ठीक है +87 तो उस तो बाद = 360। ठीक है जी। इसी तरह दोस्तों x² तो प्लस दोस्तों 32x + 87 - 360 ठीक है 0 = 0। तो इस तरह का इक्वेशन दी हुई ने दोस्तों, इतों देख लो। ठीक है जी। तो उस तो बाद इतने थले इन्होंने की कहा है कि देख लो x 39 संभव नहीं है। रोहन की वर्तमान उम्र दोस्तों x = 7 साल हो जाएगी। ठीक है। उस तो बाद की है कि दो घाती समीकरण 6x ठीक है स्क्वेयर - x - 2 = 0 के मुल ਦਾ ਜਿਹੜਾ ਹੈਗਾ ਪਤਾ ਕਰੋ। ਤਾਂ ਦੇਖੋ ਇਹਦੇ ਵਿੱਚ ਕੀ ਹੈ ਕਿ a = b ਠੀਕ ਹੈ ਜੀ। ਤੇ ਉਸ ਤੋਂ ਬਾਅਦ a = 6 ਹੈ, ਸੌਰੀ ਇੱਥੇ ਹੁਣ ਇਹ 6 ਹੈ, ਦੇਖ ਲਿਓ ਆਪਣਾ। ਤੇ b = ਦੋਸਤੋ -1 ਤੇ c = -2 ਠੀਕ ਹੈ ਜੀ। ਉਸ ਤੋਂ ਬਾਅਦ ਦੋਸਤੋ ਕੀ ਦਿੱਤਾ ਇਹਨਾਂ ਨੇ ਕਿ d = b² - 4ac ਤੇ d = ਠੀਕ ਬ੍ਰੈਕਟ ਦੇ ਵਿੱਚ 1 - ਦਾ ਸਕੁਅਰ -4 × 6 ਠੀਕ ਹੈ ਜੀ ਮਾਈਨਸ ਦੇ ਵਿੱਚ ਹੀ ਤੇ ਬ੍ਰੈਕਟ ਦੇ ਵਿੱਚ ਹੀ -2 ਦਿੱਤਾ ਹੋਇਆ ਵਾ। ਤਾਂ d ਕਿੰਨਾ ਆ ਜਾਊਗਾ d = 1 + 48 ਤੇ d = 49 ਆ ਜਾਊਗਾ ਮੂਲ ਵਾਸਤਵਿਕ ਹਨ। ਤੇ ਉਸ ਤੋਂ ਬਾਅਦ ਆਹ ਜਿਹੜੀ ਇਕੁਏਸ਼ਨ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕੀ ਇਕੁਏਸ਼ਨ ਆ ਦਿੱਤੀਆਂ ਹੋਈਆਂ ਹਨ। ਠੀਕ ਹੈ ਜੀ। x ਦੀ ਵੈਲਿਊ ਇਹਦੇ ਵਿੱਚ ਤੇ ਇਹਦੇ ਵਿੱਚ ਆਹ ਵਾਲੀ ਜਿਹੜੀ ਦੂਸਰੀ x ਦੀ ਵੈਲਿਊ ਐਵੇਂ ਸੋਲਵ ਕਰਕੇ ਇਹਨਾਂ ਨੇ ਇਹਦੇ ਵਿੱਚ ਜਿਹੜਾ ਹੈਗਾ ਕੱਢਿਆ ਹੋਇਆ ਵਾ। ਠੀਕ ਹੈ। ਤੇ ਉਸ ਤੋਂ ਬਾਅਦ ਦੋਸਤੋ ਅਗਲਾ ਕੁਐਸਚਨ ਆਪਾਂ ਦੇਖਦੇ ਹਾਂ। ਤਾਂ ਅਗਲਾ ਕੁਐਸਚਨ ਕੀ ਹੈ ਦੇਖ ਲਓ ਕਿ ਦੋ ਸੰਖਿਆਵਾਂ ਦਾ ਜਿਹੜਾ ਹੈਗਾ ਵਾ ਪਤਾ ਕਰੋ ਜਿਨ੍ਹਾਂ ਦਾ ਜੋਤ 27 ਅਤੇ ਗੁਣਨਫਲ 182 ਹੋਵੇਗਾ। ਤਾਂ ਮੰਨ ਲਓ ਕਿ ਜਿਹੜੀ ਹੈਗੀ ਇੱਕ ਸੰਖਿਆ x ਹੈ ਤੇ ਦੂਜੀ ਸੰਖਿਆ ਦੋਸਤੋ 27 - x ਹੈ। ਤਾਂ ਪਹਿਲੀ ਸੰਖਿਆ ਇੰਟੂ ਦੂਜੀ ਸੰਖਿਆ = ਠੀਕ ਹੈ ਜੀ ਗੁਣਨਫਲ। ਤਾਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਇਹਨਾਂ ਨੇ ਹਾਂ ਸੋਲਵ ਕਰਕੇ ਵੀ ਦਿਖਾਇਆ ਹੋਇਆ ਵਾ। ਆਹ ਦੇਖ ਲਓ ਜਿਹੜੇ ਆ ਪੁਆਇੰਟਸ ਦਿੱਤੇ ਹੋਏ ਹਨ ਜਿਹੜੇ ਸੋਲਵ ਇਕੁਏਸ਼ਨ ਦੇ ਵਿੱਚ ਇਹਨਾਂ ਨੇ ਸੋਲਵ ਕੀਤਾ ਹੋਇਆ ਵਾ। ठीक है जी। तो इतों अभी आ भी देख लो। तो पहली संख्या दोस्तों जी है x = 13, दूजी संख्या दोस्तों 27 - 13 = 14। ठीक है। तो उस तो बाद दोस्तों जी हैगी x की जी संख्या आऊगी दोस्तों वो 14 आ जाएगी तो एक संख्या। तो उस तो बाद दूजी संख्या दोस्तों जी हैगी 27 - 14 यानी कि 13। तो उस तो बाद दोस्तों लोड़ींदा संपूर्ण संख्यावां 13 और 14 हैं। ठीक है। उस तो बाद दोस्तों आ अभ्यास वाले प्रश्न दिते हुए हैं, तुसीं खुद सॉल्व करने हैं, इन्होंने देख लो। ਇਹ ਦੋਸਤੋ ਤੁਸੀਂ ਖੁਦ ਇੱਥੇ ਆਪਣੇ ਜਿਹੜੇ ਹੈਗੇ ਤੁਹਾਡੇ ਕੋਲ ਅਗਰ ਕਾਪੀ ਪੈਨਸਲ ਦੇ ਨਾਲ ਖੋਲ੍ਹੋ ਤੇ ਇਹ ਜਿਹੜੇ ਸਮ ਲਿਖੇ ਹੋਏ ਨੇ ਤੁਸੀਂ ਖੁਦ ਆਪ ਸੋਲਵ ਕਰਨੇ ਹਨ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਤੁਹਾਡਾ ਹੈ ਆਪਣਾ ਅਧਿਆਇ 4 ਯਾਨੀ ਕਿ ਜਿਹੜਾ ਹੈਗਾ ਚੈਪਟਰ 5ਵਾਂ। ਤਾਂ ਦੇਖੋ ਇਹਦੇ ਵਿੱਚ ਕੀ ਹੈ ਕਿ AP 18 13 ਤੇ ਉਸ ਤੋਂ ਬਾਅਦ ਦੋਸਤੋ 3 ਖਾਲੀ ਥਾਂ ਭਰੋ। ਤਾਂ ਦੇਖੋ ਇਹਦੇ ਵਿੱਚ ਜਿਹੜੇ ਖਾਲੀ ਥਾਂ ਭਰੋ ਤਾਂ ਦੇਖੋ A = 18 ਤਾਂ D = ਦੋਸਤੋ 13 - 18 5 ਠੀਕ ਹੈ 23 = A + 2D = 18 + 2D * ਮਾਈਨਸ ਦੇ ਵਿੱਚ ਜਿਹੜਾ 5 ਦਿੱਤਾ ਹੋਇਆ ਵਾ ਬ੍ਰੈਕਟਾਂ ਦੇ ਵਿੱਚ +18 - 10 = 8। ਤਾਂ ਦੋਸਤੋ ਕੀ ਆ ਜਾਏਗਾ 8 8 30 13 8 3 ਠੀਕ ਹੈ ਜੀ। ਇੱਥੇ मतलब ਕੀ ਆ ਜਾਏਗਾ ਆਪਣਾ 8 ਆ ਜਾਏਗਾ ਇੱਥੇ। ਠੀਕ ਹੈ ਜੀ। ਇੱਥੇ 8 ਆंसर ਆ ਜਾਏਗਾ। ਦੋਸਤੋ ਦੂਸਰਾ ਕੁਐਸਚਨ ਹੈ ਅੰਕ ਗਣਿਤਕ ਲੜੀ AP 4 2 0 - 2 ਦਾ ਸਾਂਝਾ ਅੰਤਰ ਲਿਖੋ। ਤਾਂ ਇਹਦਾ ਸਾਂਝਾ ਅੰਤਰ ਦੋਸਤੋ ਆ ਜਾਏਗਾ -2 4 2 ठीक है जी। आ वाला जोड़ा इधर हैगा वह साझा जोड़ा वह वो आ जाएगा अंतर। उस तो बाद तीसरा क्वेश्चन की है अंक गणित लड़ी AP 2 0 - 2 - 4 तो यह क्या जाएगा -0 ठीक है जी अपना 2 तो -2 आ जाएगा यदा जो अपना साझा अंतर। तो उस तो बाद प्रश्न की है चौथा तो हेठ लिखे AP दे ਲਈ पहला पद ਅਤੇ ਸਾਂਝਾ अंतर पता करो। तो देख सकते हो कि 1/3 5/3 9/3 ਤੇ 13/3 तक की आ जाएगा पहले पद का। ठीक है। वह आ जाएगा 1/3 साझा अंतर दोस्तों जोड़ा है वह C तो D तो माइनस दोस्तों A2 - A1 तक की आ जाएगा 5/3 1/3 = 5 - 1/3 तो 4/3 का आंसर आ जाएगा। तो दोस्तों अगला क्वेश्चन की है 5वां। तो देखो 5वां क्वेश्चन की है हेठ लिखी AP दे ਲਈ पहला पद ਅਤੇ ਸਾਂਝਾ अंतर पता करो। तो देख सकते हो कि AP
3 1 -1 3 ਤਾਂ ਪਹਿਲਾ ਪਦ ਦਾ ਦੋਸਤੋ -3 ਆ ਜਾਏਗਾ। ਸਾਂਝਾ ਅੰਤਰ ਦੋਸਤੋ A1 A1 ਤਾਂ ਇਹਦੇ ਵਿੱਚ ਕੀ ਲਿਖਿਆ ਹੈ ਕਿ 1 -3 ਤੇ ਉਹਦਾ ਕੀ ਆ ਜਾਏਗਾ -2। ਤੇ ਪ੍ਰਸ਼ਨ 6ਵਾਂ ਕੀ ਹੈ, ਹੇਠ ਲਿਖੇ ਅੰਕ ਗਣਿਤਕ ਲਈ ਏਪੀ ਵਿੱਚ ਖਾਲੀ ਖਾਨਿਆਂ ਨੂੰ ਭਰੋ। ਤਾਂ ਦੇਖੋ ਇਹਦੇ ਵਿੱਚ 2 ਫਿਰ ਆਹ ਖਾਲੀ ਖਾਨਾ ਦਿੱਤਾ ਹੋਇਆ 26 ਦਿੱਤਾ ਹੋਇਆ, ਤਾਂ ਇਸ ਨੂੰ ਆਹ ਸੋਲਵ ਕੀਤਾ ਹੋਇਆ ਵਾ ਤੇ ਸੋਲਵ ਕਰਨ ਤੋਂ ਬਾਅਦ 24.2 ਆ ਗਿਆ ਤੇ 24.2 ਨੂੰ ਠੀਕ ਹੈ ਜੀ ਜਿਹੜਾ ਹੈਗਾ 24 ਨੂੰ 2 ਨਾਲ ਡਿਵਾਈਡ ਕਰਨ ਤੋਂ ਬਾਅਦ ਕੀ ਆਂਦਾ ਵਾ 14 ਆ ਜਾਊਗਾ ਇਹਦਾ ਤੁਹਾਡਾ ਜਿਹੜਾ ਰਾਈਟ ਆਨਸਰ ਖਾਲੀ ਖਾਨੇ ਦੇ ਵਿੱਚ। ਉਸ ਤੋਂ ਬਾਅਦ ਇਹ ਅਭਿਆਸ ਲਈ ਜਿਹੜੇ ਕੁਝ ਪ੍ਰਸ਼ਨ ਦਿੱਤੇ ਹਨ ਇਹਨਾਂ ਨੂੰ ਦੇਖ ਲਓ, ਠੀਕ ਹੈ। ਤੇ ਉਸ ਤੋਂ ਬਾਅਦ ਅਧਿਆਇ ਤੁਹਾਡਾ 6ਵਾਂ ਚਾਲੂ ਹੋ ਜਾਏਗਾ, ਠੀਕ ਹੈ ਜੀ। ਆਪਣਾ ਹੈਗਾ ਤ੍ਰਿਭੁਜ। ਤਾਂ ਪਹਿਲਾ ਕੁਐਸਚਨ ਦੇਖੋ ਕੀ ਹੈ ਕਿ ਚਿੱਤਰ ਵਿੱਚ DE ਠੀਕ ਹੈ ਜੀ ਪੈਰਲਲ OQ ਅਤੇ DF ਪੈਰਲਲ OR ਹੈ, ਤਾਂ ਦਿਖਾਓ ਕਿ ਜਿਹੜਾ EF ਅਤੇ ਪੈਰਲਲ QR ਹੈ। ਤਾਂ ਦੇਖੋ ਇਹਦੇ ਵਿੱਚ ਕੀ ਦਿੱਤਾ ਹੋਇਆ DE OQ ਅਤੇ DE OR ਠੀਕ ਹੈ। ਸਿੱਧ ਕਰਨਾ ਹੈ ਕਿ ਜਿਹੜਾ ਹੈਗਾ ਆਪਣਾ EF ਠੀਕ ਪੈਰਲਲ ਹੈ QR ਦੇ। ਤਾਂ ਦੇਖੋ ਇਹਦੇ ਵਿੱਚ ਕੀ ਹੈ ਕਿ ਸਬੂਤ ਟ੍ਰਾਇੰਗਲ POQ ਵਿੱਚ ਜਿਹੜਾ ਹੈਗਾ DE ਪੈਰਲਲ OQ ਦਿੱਤਾ ਹੈ ਤਾਂ PE/EQ ਠੀਕ ਹੈ ਜੀ, ਤੇ PD/DO ਜੋ ਲਿਖਿਆ ਹੋਇਆ ਮਿਲ ਜਿਹੜਾ ਹੈਗਾ ਮੂਲ ਸਮਾਨ ਅਨੁਪਾਤਾਂ ਥਿਓਰਮ ਤੋਂ ਹੈ, ਠੀਕ ਹੈ ਜੀ। ਤਾਂ ਇਹਦੀ ਆਹ ਡਾਇਗਰਾਮ ਵੀ ਦਿੱਤੀ ਹੋਈ ਹੈ, ਤੁਸੀਂ ਇਸ ਨੂੰ ਦੇਖ ਲਓ, ਠੀਕ ਹੈ ਜੀ। ਆਹ ਡਾਇਗਰਾਮ ਦਿੱਤੀ ਹੋਈ ਆ ਤਾਂ ਟ੍ਰਾਇੰਗਲ POR ਵਿੱਚ ਠੀਕ ਹੈ ਤੇ DF ਪੈਰਲਲ OR। ਤਾਂ ਦੇਖੋ ਇਹਦੇ ਵਿੱਚ ਇਹ ਇਕੁਏਸ਼ਨ ਦਿੱਤੀ ਹੋਈ ਹੈ PF/FR PD/DO ਇਹ ਦੂਸਰਾ 1 ਅਤੇ 2 ਠੀਕ ਹੈ ਜੀ। ਆਹ ਦੋਨਾਂ ਨੂੰ ਮਿਲਾ ਕੇ 1 and 2 ਫਿਰ ਕੀ ਬਣੇਗਾ ਦੋਸਤੋ, ਆਹ ਵਾਲੀ ਜਿਹੜੀ ਇਕੁਏਸ਼ਨ ਬਣੇਗੀ PI ਠੀਕ ਹੈ ਜੀ। ਤੇ ਉਹ ਆਪਣਾ ਹੈਗਾ EQ/FR ਇਹਦੇ ਥੱਲੇ ਐਵੇਂ ਆ ਗਿਆ। ਉਸ ਤੋਂ ਬਾਅਦ ਦੋਸਤੋ ਦੇਖ ਸਕਦੇ ਹੋ ਕਿ ਜਿਹੜਾ ਇਹਦੇ ਵਿੱਚ ਦਿੱਤਾ ਹੈ ਕਿ ਥਿਓਰਮ EF ਪੈਰਲਲ QR ਮੂਲ ਸਮਾਨ ਅਨੁਪਾਤਰਾ ਥਿਓਰਮ ਤੇ ਠੀਕ ਹੈ ਜੀ ਬਿਲੋਮ ਤੇ ਹੈ, ਠੀਕ ਹੈ। ਉਸ ਤੋਂ ਬਾਅਦ ਦੂਸਰਾ ਪ੍ਰਸ਼ਨ ABC ਇੱਕ ਜਿਹੜੀ ਹੈਗੀ ਆ ਜਿਹੜਾ ਹੈਗਾ ਸਮਦੋਭੁਜੀ ਤ੍ਰਿਭੁਜ ਹੈ ਜਿਸ ਦਾ ਕੋਣ ਦੋਸਤੋ C ਸਮਕੋਣ ਹੈ। ਸਿੱਧ ਕਰੋ ਕਿ AB² = 2AC² ਹੈ। ਤਾਂ ਦੇਖੋ ਇਹਦੇ ਵਿੱਚ ਕੀ ਹੈ, ਤਾਂ ਦੇਖੋ ਦਿੱਤਾ ਹੈ ਕਿ ਜਿਹੜਾ ਟ੍ਰਾਇੰਗਲ ABC ਵਿੱਚ ਜਿਹੜਾ ਠੀਕ ਹੈ ਜੀ ਜਿਹੜਾ ਆਪਣਾ ਐਂਗਲ C 90 ਡਿਗਰੀ ਹੈ ਅਤੇ AC = BC ਹੈ। ਤਾਂ ਦੇਖੋ ਸਿੱਧ ਕਰਨਾ ਹੈ ਕਿ AB² 2AC² ਹੈ। ਤਾਂ ਇਹ ਵਾਲਾ ਡਾਇਗਰਾਮ ਹੈ ਦਿੱਤਾ ਹੋਇਆ, ਦੇਖ ਲਓ ਇਹਨੂੰ। ਤੇ ਸਬੂਤ ਸਮਕੋਣ ਤ੍ਰਿਭੁਜ ABC ਐਂਗਲ C = 90 ਡਿਗਰੀ AB² AC 2AC² ਤੇ ਪਲੱਸ BC ਦਾ ਸਕੁਅਰ ਪਾਇਥਾਗੋਰਸ ਥਿਓਰਮ ਅਨੁਸਾਰ ਤਾਂ AB² = AC² + AC ਠੀਕ ਹੈ ਜੀ। ਤਾਂ ਫਿਰ ਦੇ ਵਿੱਚ ਕੀ ਆ ਜਾਏਗਾ, ਤਾਂ ਦੇਖ ਸਕਦੇ ਹੋ AC = BC ਦਿੱਤਾ ਹੋਇਆ ਹੈ ਤੇ AB² = 2AC² ਆਹ ਜਿਹੜਾ ਆਪਣਾ ਸਿੱਧ ਹੋ ਜਾਏਗਾ। ਤੇ ਉਸ ਤੋਂ ਬਾਅਦ ਤੀਸਰਾ ਪ੍ਰਸ਼ਨ ਟ੍ਰਾਇੰਗਲ ABC ਵਿੱਚ DE ਪੈਰਲਲ AC ਅਤੇ DF ਪੈਰਲਲ AE ਹਨ। ਤਾਂ ਸਿੱਧ ਕਰੋ ਕਿ ਜਿਹੜਾ BF/FE ਤੇ = BE/EC ਠੀਕ ਹੈ ਜੀ। ਤਾਂ ਹਾਂ ਜਿਹੜਾ ਥਿਓਰਮ ਦਿੱਤੀ ਹੋਈ ਆ ਇਹ ਥਿਓਰਮ ਦੀ ਡਾਇਗਰਾਮ ਦਿੱਤੀ ਹੋਈ ਹੈ ਕਿ ਸਾਨੂੰ ਦਿੱਤਾ ਗਿਆ ਹੈ ਕਿ ਟ੍ਰਾਇੰਗਲ ABC ਵਿੱਚ DE ਜਿਹੜਾ ਹੈਗਾ ਪੈਰਲਲ AC ਹੈ। ਤਾਂ ਦੇਖੋ ਇਹਦੇ ਵਿੱਚ BD/DA BE/EC ਤਾਂ ਇਹ ਪਹਿਲਾ ਬਣ ਜਾਏਗਾ ਮੂਲ ਸਮਾਨ ਅਨੁਪਾਤਾ ਥਿਓਰਮ ਤੋਂ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਟ੍ਰਾਇੰਗਲ AB ਵਿੱਚ DF ਠੀਕ ਹੈ ਜਿਹੜਾ ਹੈਗਾ ਆਪਣਾ ਪੈਰਲਲ AE। ਉਸ ਤੋਂ ਬਾਅਦ ਦੋਸਤੋ ਵਿੱਚ ਕੀ ਕਿਹਾ ਹੋਇਆ ਇਹਨਾਂ ਨੇ BD/DA ਤੇ BF/FE ਤਾਂ ਇਹ ਦੂਸਰਾ ਬਣ ਜਾਏਗਾ। ਤੇ ਇਹਨਾਂ ਨੂੰ ਦੋਨਾਂ ਨੂੰ ਮਿਲਾ ਕੇ ਫਿਰ ਕੀ ਬਣੇਗਾ, ਉਹਨਾਂ ਨੂੰ ਮਿਲਾ ਕੇ ਬਣੇਗਾ ਇਹ BF/BE/FE ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ BF/FE ਤੇ BE/EC ਜੋ ਕਿ ਉੱਪਰ ਸਾਨੂੰ ਕਿਹਾ ਸੀਗਾ ਸੀ ਸਿੱਧ ਕਰੋ, ਤਾਂ ਇਹ ਵਾਲਾ ਦੋਸਤੋ ਜਿਹੜਾ ਸਿੱਧ ਹੋ ਗਿਆ। ਉਸ ਤੋਂ ਬਾਅਦ ਚੌਥਾ ਪ੍ਰਸ਼ਨ ਕੀ ਹੈ ਕਿ ਸਮਾਂਤਰ ਜਿਹੜਾ ਹੈਗਾ ਚਤੁਰਭੁਜ ABCD ਦੀ ਵਧਾਈ ਗਈ ਭੁਜਾ AD ਉੱਤੇ ਸਥਿਤ E ਕੋਈ ਬਿੰਦੂ ਹੈ ਅਤੇ BE ਭੁਜਾ CD ਨੂੰ F ਤੇ ਕੱਟਦੀ ਹੈ। ਦਿਖਾਓ ਕਿ ਜਿਹੜਾ ਟ੍ਰਾਇੰਗਲ ਜਿਹੜਾ ਹੈਗਾ ਵਾ ABE ਤੇ ਠੀਕ ਹੈ ਜੀ ਜਿਹੜਾ ਸਿਮਿਲਰ ਹੈ, ਠੀਕ ਹੈ ਜੀ ਕਾਹਦੇ ਲਈ ਇਹ ਸਿਮਿਲਰ, ਤਾਂ ਇਹ ਟ੍ਰਾਇੰਗਲ CFB ਦੇ ਲਈ। ਤਾਂ ਦੇਖੋ ਦਿੱਤਾ ਹੋਇਆ ਹੈ ਕਿ ABCD ਇੱਕ ਸਮਾਂਤਰ ਜਿਹੜਾ ਚਤੁਰਭੁਜ ਹੈ ਜਿਸ ਵਿੱਚ ਵਧਾਈ ਗਈ ਭੁਜਾ AD ਤੇ ਠੀਕ ਹੈ ਜੀ ਜਿਹੜਾ ਹੈਗਾ ਜਿਹੜਾ ਮੰਥਨ E ਇੱਕ ਜਿਹੜਾ ਹੈਗਾ ਬਿੰਦੂ ਹੈ ਅਤੇ BE ਭੁਜਾ CD ਨੂੰ F ਤੇ ਕੱਟਦੀ ਹੈ। ਤਾਂ ਦੋਸਤੋ ਦੇਖੋ ਸਿੱਧ ਕਰਨਾ ਹੈ ਕਿ ਜਿਹੜਾ ਟ੍ਰਾਇੰਗਲ ABE ਠੀਕ ਹੈ ਜੀ ਉਹ CFB ਦੇ ਬਰਾਬਰ ਹੈ। ਤਾਂ ਦੇਖੋ ਸਬੂਤ ਕੀ ਹੈ ਦੋਸਤੋ, ਐਂਗਲ AC ਠੀਕ ਹੈ ਜੀ ਸਮਾਂਤਰ ਚਤੁਰਭੁਜ ਤੇ ਸਨਮੁਖ ਕੋਣ ਸਮਾਨ ਹੁੰਦੇ ਹਨ। ਤੇ ਜਿਹੜਾ ਹੈਗਾ ਐਂਗਲ AEB = ਐਂਗਲ FBC ਠੀਕ ਹੈ ਇਕਾਂਤਰ ਕੋਣ ਹਨ। ਤੇ ਦੋਸਤੋ ਇਸੇ ਤਰ੍ਹਾਂ ਫਿਰ ਇਹ ਜਿਹੜਾ ਹੈਗਾ ਟ੍ਰਾਇੰਗਲ ਜਿਹੜਾ ਆਪਣਾ ABC ABE ਤੇ CFB ਤਾਂ ਦੋਸਤੋ ਇਹ AAA ਸਮਰੂਪਤਾ ਨਿਯਮ ਹੈ। ਉਸ ਤੋਂ ਬਾਅਦ ਦੋਸਤੋ ਅਭਿਆਸ ਦੇ ਕੁਝ ਪ੍ਰਸ਼ਨ ਦਿੱਤੇ ਹੋਏ ਹਨ, ਤੁਸੀਂ ਆਪ ਖੁਦ ਦੇਖਣੇ ਹਨ ਅਭਿਆਸ ਦੇ ਪ੍ਰਸ਼ਨ, ਇਹਨਾਂ ਦੇ ਸਕਰੀਨਸ਼ਾਟ ਲੈ ਲਓ ਚਾਹੇ ਦੇਖ ਲਓ, ਠੀਕ ਹੈ। ਉਸ ਤੋਂ ਬਾਅਦ ਦੋਸਤੋ ਤੁਹਾਡਾ ਇਹ ਆਪਣਾ ਆ ਜਾਏਗਾ 13ਵਾਂ ਚੈਪਟਰ ਚਾਲੂ ਹੋਏਗਾ। ਤਾਂ ਦੇਖੋ ਸਤ੍ਹਾ ਦਾ ਜਿਹੜਾ ਹੈਗਾ ਸਤ੍ਹਾ ਦਾ ਖੇਤਰਫਲ ਅਤੇ ਆਇਤਨ। ਤਾਂ ਦੇਖੋ ਚਿੱਤਰ ਵਿੱਚ ਦਰਸਾਇਆ ਗਿਆ ਸਜਾਵਟ ਦੇ ਲਈ ਪ੍ਰਯੋਗ ਹੋਣ ਵਾਲਾ ਜਿਹੜਾ ਹੈਗਾ ਬਲਾਕ
ਦੋ ਠੋਸਾਂ ਨਾਲ ਮਿਲ ਕੇ ਬਣਿਆ ਹੈ। ਇਹਨਾਂ ਵਿੱਚ ਇੱਕ ਕਣ ਹੈ ਅਤੇ ਦੂਸਰਾ ਜਿਹੜਾ ਅਰਧ ਗੋਲਾ ਹੈ। ਇਸ ਬਲਾਕ ਦਾ ਜਿਹੜਾ ਹੈਗਾ ਆਧਾਰ 5 ਸੈਂਟੀਮੀਟਰ ਭੁਜਾ ਤਾਂ ਜਾਂ ਫਿਰ ਕਿਨਾਰੇ ਦੋਸਤੋ ਵਾਲਾ ਇੱਕ ਕਣ ਹੈ ਅਤੇ ਜਿਹੜਾ ਹੈਗਾ ਵਾ ਉਸ ਦੇ ਉੱਪਰ ਲੱਗੇ ਹੋਏ ਅਰਧ ਗੋਲੇ ਦਾ ਵਿਆਸ 4.2 ਸੈਂਟੀਮੀਟਰ ਹੈ। ਆਹ ਡਾਇਗਰਾਮ ਦਿੱਤੀ ਹੋਈ ਹੈ, ਦੇਖ ਲਓ, ਠੀਕ ਹੈ। ਤੇ ਉਸ ਤੋਂ ਬਾਅਦ ਦੋਸਤੋ ਕੀ ਲਿਖਿਆ ਕਿ ਬਲਾਕ ਦੀ ਜਿਹੜੀ ਸੰਪੂਰਨ ਸੱਤਾ ਦਾ, ਠੀਕ ਹੈ, ਜਿਹੜਾ ਖੇਤਰਫਲ ਪਤਾ ਕਰੋ। ਤਾਂ ਦੇਖੋ ਕੀ ਦਿੱਤਾ ਹੋਇਆ ਇਹਨਾਂ ਨੇ, ਪਾਈ = 22/7 ਲਓ। ਤਾਂ ਦੇਖੋ ਕਣ ਦੀ ਜਿਹੜੀ ਸੰਪੂਰਨ ਸੱਤਾ ਦਾ ਖੇਤਰਫਲ, ਠੀਕ ਹੈ, 6 ਇੰਟੂ ਦੋਸਤੋ ਕਿਨਾਰੇ ਦੇ ਵਿੱਚ ਸਕੁਅਰ = 6 ਇੰਟੂ 5 ਸੈਂਟੀਮੀਟਰ ਸਕੁਅਰ = 150 ਸੈਂਟੀਮੀਟਰ ਦਾ ਸਕੁਅਰ। ਤਾਂ ਇਹਦੇ ਵਿੱਚ ਕੀ ਹੈ ਕਿ ਹੁਣ ਜਿਹੜਾ ਕਣ ਦਾ ਉਹ ਭਾਗ ਜਿਸ ਦੇ ਆਧਾਰ 'ਤੇ ਗੋਲਾ ਲੱਗਿਆ ਹੋਇਆ ਹੈ, ਠੀਕ ਹੈ, ਸੱਤਾ ਦੇ ਖੇਤਰਫਲ ਵਿੱਚ ਸ਼ਾਮਿਲ ਨਹੀਂ ਹੋਵੇਗਾ। ਇਸ ਲਈ ਦੋਸਤੋ ਬਲਾਕ ਦੀ ਜਿਹੜੀ ਹੈਗੀ ਸੱਤਾ ਦਾ ਖੇਤਰਫਲ ਕਣ ਦਾ ਜਿਹੜਾ TSA ਮਾਈਨਸ ਅਰਧ ਗੋਲੇ ਦੇ ਆਧਾਰ ਦਾ ਖੇਤਰ ਪਲੱਸ ਅਰਧ ਗੋਲੇ ਦਾ ਜਿਹੜਾ CSA। ਤਾਂ ਇਹਦੇ ਵਿੱਚ ਅੱਜ ਦੇਖੋ ਇਹਨਾਂ ਨੇ ਸੋਲਵ ਕਰਕੇ ਦਿੱਤਾ ਹੋਇਆ ਤੇ ਕਿੰਨਾ ਆਨਸਰ ਆ ਗਿਆ 163.86 ਸੈਂਟੀਮੀਟਰ। ਉਸ ਤੋਂ ਬਾਅਦ ਦੋਸਤੋ ਦੂਸਰਾ ਪ੍ਰਸ਼ਨ ਕਿ ਇੱਕ ਜੂਸ ਵੇਚਣ ਵਾਲਾ ਆਪਣੇ ਗ੍ਰਾਹਕ ਨੂੰ ਚਿੱਤਰ ਵਿੱਚ ਦਿਖਾਏ ਗਏ ਗਿਲਾਸਾਂ ਨਾਲ ਜੂਸ ਦਿੰਦਾ ਸੀ। ਵੇਲਣਕਾਰ ਗਿਲਾਸ ਦਾ ਅੰਦਰੂਨੀ ਵਿਆਸ 5 ਸੈਂਟੀਮੀਟਰ ਸੀ, ਪਰੰਤੂ ਗਿਲਾਸ ਦੇ ਹੇਠਲੇ ਆਧਾਰ ਤਲ ਵਿੱਚ ਇੱਕ ਉਭਰਿਆ ਹੋਇਆ ਅਰਧ ਗੋਲਾ ਸੀ ਜਿਸ ਨਾਲ, ਠੀਕ ਹੈ ਜੀ, ਗਿਲਾਸ ਦੀ ਧਾਰਨ ਸਮਰੱਥਾ ਘੱਟ ਹੋ ਜਾਂਦੀ ਹੈ। ਜੇਕਰ ਇੱਕ ਗਿਲਾਸ ਦੀ ਉਚਾਈ 10 ਸੈਂਟੀਮੀਟਰ ਸੀ ਤਾਂ ਗਿਲਾਸ ਜਿਹੜਾ ਹੈਗਾ ਆਭਾਸੀ, ਠੀਕ ਹੈ ਜੀ, ਤਾਂ ਧਾਰਨ ਸਮਰੱਥਾ ਅਤੇ ਉਸ ਦੀ ਜਿਹੜੀ ਅਸਲ ਧਾਰਨ ਸਮਰੱਥਾ ਪਤਾ ਕਰੋ। ਤਾਂ ਦੇਖੋ ਇਹਦੇ ਵਿੱਚ ਹੱਲ ਕੀ ਹੈ, ਕਿਉਂਕਿ ਜਿਹੜਾ ਗਿਲਾਸ ਦਾ ਜਿਹੜਾ ਅੰਦਰੂਨੀ ਵਿਆਸ ਹੈ ਉਹ 5 ਸੈਂਟੀਮੀਟਰ ਹੈ, ਉਚਾਈ 10 ਸੈਂਟੀਮੀਟਰ ਹੈ। ਇਸ ਲਈ ਦੋਸਤੋ ਗਿਲਾਸ ਦੀ ਆਭਾਸੀ ਧਾਰਨਾ ਸਮਰੱਥਾ ਦੋਸਤੋ πr ਜਿਹੜਾ ਸਕੁਅਰ h ਹੋਵੇਗਾ। ਤਾਂ ਦੇਖੋ ਇਹਦੇ ਵਿੱਚ ਕੀ ਹੈ 3.4 ਜਿਹੜਾ ਹੈਗਾ 14 ਇੰਟੂ 2.5 ਇੰਟੂ 2.5 ਇੰਟੂ 10 ਸੈਂਟੀਮੀਟਰ ਦਾ ਕਿਊਬ = 196.25 ਸੈਂਟੀਮੀਟਰ ਦਾ ਕਿਊਬ। ਤਾਂ ਦੇਖੋ ਇਹਦੇ ਵਿੱਚ ਕੀ ਹੈ, ਪਰੰਤੂ ਇਸ ਦੀ ਜਿਹੜੀ ਅਸਲ ਧਾਰਨਾ ਸਮਰੱਥ ਉਪਰੋਕਤ ਧਾਰਨ ਸਮਰੱਥਾ ਨਾਲੋਂ ਆਧਾਰ ਵਿੱਚ ਬਣੇ ਅਰਧ ਗੋਲੇ ਦੇ ਆਇਤਨ ਦੇ ਬਰਾਬਰ ਘੱਟ ਹੁੰਦੀ ਹੈ। ਭਾਵ ਘੱਟ ਬਰਾਬਰ ਹੈ 2/3 πr ਦਾ ਕਿਊਬ = 2/3 ਮਲਟੀਪਲਾਈ, ਠੀਕ ਹੈ ਜੀ, 3.14 ਇੰਟੂ 2.5 ਇੰਟੂ 2.5 ਸੈਂਟੀਮੀਟਰ ਦਾ ਕਿਊਬ = 32.71 ਸੈਂਟੀਮੀਟਰ ਦਾ ਕਿਊਬ, ਠੀਕ ਹੈ ਜੀ। ਇਸ ਲਈ ਇਹ ਜਿਹੜਾ ਗਿਲਾਸ ਦੀ ਅਸਲ ਧਾਰਨਾ ਸਮਰੱਥਾ = ਆਭਾਸੀ ਧਾਰਨਾ ਸਮਰੱਥਾ ਮਾਈਨਸ ਅਰਧ ਗੋਲੇ ਦਾ ਆਇਤਨ ਹੈ। ਤਾਂ ਦੋਸਤੋ ਇਹ ਤੋਂ ਬਾਅਦ ਆਨਸਰ ਤੁਹਾਡਾ ਆ ਜਾਏਗਾ 163.54 ਸੈਂਟੀਮੀਟਰ ਦਾ ਕਿਊਬ। ਤੇ ਅਗਲਾ ਪ੍ਰਸ਼ਨ ਦੇਖੋ ਕੀ ਹੈ, 1 ਸੈਂਟੀਮੀਟਰ ਵਿਆਸ ਵਾਲੀ 8 ਸੈਂਟੀਮੀਟਰ ਲੰਬੀ ਤਾਂਬੇ ਦੀ ਇੱਕ ਜਿਹੜੀ ਹੈਗੀ ਆ ਛੜ ਨੂੰ, ਠੀਕ ਹੈ ਜੀ, ਛੜ ਨੂੰ ਇੱਕ ਸਮਾਨ ਚਿਤਾਈ ਵਾਲੇ ਜਿਹੜੇ ਕਿ 18 ਮੀਟਰ ਲੰਬੇ ਇੱਕ ਤਾਰ ਦੇ ਰੂਪ ਵਿੱਚ ਖਿੱਚਿਆ ਜਾਂਦਾ ਹੈ ਤੇ ਬਦਲਿਆ ਜਾਂਦਾ ਹੈ। ਤਾਂ ਦੋਸਤੋ ਤਾਰ ਦੀ ਮੋਟਾਈ ਪਤਾ ਕਰੋ। ਤਾਂ ਦੇਖੋ ਤਾਰ ਦੀ ਮੋਟਾਈ ਪਤਾ ਕਰਨੀ ਹੈ ਹੁਣ। ਤਾਂ ਦੇਖੋ ਛੜ ਦਾ ਜਿਹੜਾ ਆਇਤਨ ਦੋਸਤੋ ਪਾਈ ਇੰਟੂ 1/2, ਠੀਕ ਹੈ ਜੀ, ਦਾ ਸਕੁਅਰ ਦਿੱਤਾ ਹੋਇਆ ਵਾ ਤੇ ਇੰਟੂ 8 ਸੈਂਟੀਮੀਟਰ = 2 ਪਾਈ ਸੈਂਟੀਮੀਟਰ ਇੱਥੇ ਕਿਊਬ ਦਿੱਤਾ ਹੋਇਆ ਸ਼ਾਇਦ, ਜਾਂ ਫਿਰ ਕੁਛ ਇਹ ਸਕੁਅਰ ਦਿੱਤਾ ਹੋਣਾ। ਤਾਂ ਦੇਖੋ ਬਰਾਬਰ ਆਇਤਨ ਵਾਲੇ ਤਾਰ ਦੀ ਲੰਬਾਈ 18 ਮੀਟਰ, ਠੀਕ ਹੈ ਜੀ, ਤੇ 1800 ਸੈਂਟੀਮੀਟਰ। ਜੇਕਰ ਤਾਰ ਦੇ ਦੂਸਰੇ ਕਾਟ ਕ੍ਰਾਸ ਸੈਕਸ਼ਨ ਦਾ ਆਧਾਰ ਵਿਆਸ r ਹੈ ਤਾਂ ਤਾਰ ਦਾ ਆਇਤਨ ਦੋਸਤੋ ਕੀ ਹੋਏਗਾ। ਤਾਂ ਦੇਖੋ ਇਹਦੇ ਵਿੱਚ = ਪਾਈ ਇੰਟੂ r ਦਾ ਸਕੁਅਰ ਇੰਟੂ 1800 ਸੈਂਟੀਮੀਟਰ ਦਾ ਕਿਊਬ, ਪਾਈ ਇੰਟੂ r ਇੰਟੂ 1800 2 ਪਾਈ। ਤਾਂ ਇਹਦੇ ਵਿੱਚ ਕਿੰਨਾ ਆ ਜਾਏਗਾ 1/900, ਠੀਕ ਹੈ ਜੀ, ਭਾਵ ਯਾਨੀ ਕਿ ਦੋਸਤੋ ਕਿੰਨਾ ਆ ਜਾਏਗਾ ਇਸ ਨੂੰ ਕਟਿੰਗ ਕਰਨ ਤੋਂ ਬਾਅਦ 1/30। ਤਾਂ ਇਸ ਲਈ ਦੋਸਤੋ ਤਾਰ ਦੇ ਜਿਹੜੇ ਹੈਗਾ ਦੁਸਾਰ ਕਾਟ ਦਾ ਵਿਆਸ ਤਾਰ ਦੀ ਜਿਹੜੀ ਹੈਗੀ ਚੌੜਾਈ 1.15 ਸੈਂਟੀਮੀਟਰ ਭਾਵ 0.67 mm ਲਗਭਗ ਹੈ। ਤਾਂ ਉਸ ਤੋਂ ਬਾਅਦ ਇਹ ਅਭਿਆਸ ਦੇ ਪ੍ਰਸ਼ਨ ਦਿੱਤੇ ਹੋਏ ਹਨ, ਇਹ ਤੁਸੀਂ ਖੁਦ ਦੇਖਣੇ ਹਨ। ਤਾਂ ਇਸ ਨੂੰ ਦੇਖ ਲਓ ਅਭਿਆਸ ਦੇ ਪ੍ਰਸ਼ਨ। ਹਾਂਜੀ, ਤਾਂ ਉਸ ਤੋਂ ਬਾਅਦ ਦੋਸਤੋ ਆਪਣਾ ਚਾਲੂ ਹੋ ਜਾਏਗਾ ਅਧਿਆਇ 4 ਦਾ ਹੀ, ਠੀਕ ਹੈ ਜੀ। ਤਾਂ ਦੇਖੋ ਦੋ ਘਾਤੀ ਸਮੀਕਰਨ, ਠੀਕ ਹੈ, ਇਹਦੇ ਵਿੱਚ ਹੁਣ ਥੋੜ੍ਹੇ ਜਿਹੇ ਬੜੇ ਕੁਐਸਚਨ ਹੋਣਗੇ ਇਹਦੇ ਵਿੱਚ। ਤਾਂ ਦੇਖੋ ਕੀ ਹੈ, ਜੇਕਰ ਦੋਸਤੋ ਹੇਠ ਲਿਖੀ ਦੋ ਘਾਤੀ ਜਿਹੜਾ ਸਮੀਕਰਨ ਦੇ ਮੂਲ ਸੰਭਵ ਹੋਣ ਤਾਂ ਇਹਨਾਂ ਨੂੰ ਪੂਰਨ ਵਰਗ ਬਣਾਉਣ ਦੀ ਵਿਧੀ ਰਾਹੀਂ ਪਤਾ ਕਰੋ। ਤਾਂ 2x² + x - 4 = 0। ਤਾਂ ਦੋਸਤੋ ਇਹਦੇ ਵਿੱਚ ਕੀ ਆ ਜਾਏਗਾ, ਦੇਖ ਸਕਦੇ ਹੋ ਦਿੱਤੀ ਗਈ ਦੋ ਘਾਤੀ ਸਮੀਕਰਨ 2x² + x - 4 = 0। ਤਾਂ ਇੱਥੇ a = 2, ਠੀਕ ਹੈ, b = 1, c = -4 ਲੈ ਲਓ। ਇਸ ਲਈ ਦੋਸਤੋ b² - 4ac = 1 ਦਾ ਸਕੁਅਰ -4 ਦਾ ਇਹਦੇ ਵਿੱਚ ਫਿਰ ਦੋਸਤੋ ਜਿਹੜਾ ਹੈਗਾ ਇੰਟੂ 2 ਅਤੇ ਇਸ ਤੋਂ ਬਾਅਦ ਦੋਸਤੋ ਬ੍ਰੈਕਟ ਦੇ ਵਿੱਚ ਆਹ ਦਿੱਤਾ ਹੋਇਆ ਵਾ -4। ਅਤੇ ਇਸ ਨੂੰ ਸੋਲਵ ਕਰਕੇ ਦੋਸਤੋ ਇਹਦੇ ਵਿੱਚ ਇੰਨਾ ਆਏਗਾ। ਇਸ ਲਈ ਜਿਹੜੀ ਦਿੱਤੀ ਗਈ ਦੋ ਘਾਤੀ ਸਮੀਕਰਨ ਦੇ ਮੁੱਲ ਵਾਸਤਵਿਕ ਹਨ ਭਾਵ ਮੁੱਲ ਸੰਭਵ ਹਨ। ਅਤੇ ਇਹ ਵਾਲਾ ਇਹਦਾ ਆ ਜਾਏਗਾ ਯਾਨੀ ਕਿ 2x² + x - 4 = 0। ਸਮੀਕਰਨ 1 ਨੂੰ 2 ਨਾਲ ਭਾਗ ਕਰਨ 'ਤੇ ਅਸੀਂ ਪ੍ਰਾਪਤ ਕਰਦੇ ਹਾਂ ਇਹ ਵਾਲਾ, ਠੀਕ ਹੈ ਜੀ। ਅਤੇ ਦੋਸਤੋ ਸਮੀਕਰਨ 2
ठीक है जी, जिहड़ा हैगा वा समीकरण 2 ਦੇ ਦੋਨਾਂ ਪਾਸਿਆਂ ਵਿੱਚ 1/2 ठीक है जी, ब्रैकेट ਦੇ ਵਿੱਚ ਦਿੱਤਾ ਹੈ कि x ਦਾ ਗੁਣਾਕ ठीक है, तो फिर ओवर है तो जी वड्डी ब्रैकेट दी हुई आ, तो ये दोस्तों 2 इत्थे लाया इन्होंने सिक्योर लाया नूं जोड़न ते असीं प्राप्त करते हाँ, तो ये वाला दोस्तों जिहड़ा इक्वेशन आ जाएगी। तो उस तो बाद इन्होंने आह सारे सॉल्व किया होया, तुसीं इसनूं देख लो। तो लास्ट दे विच दोस्तों इसनूं सॉल्व करन तो बाद तुहाडा जिहड़ा आखिरी आंसर है दोस्तों वो आ जाएगा। इसलिए x = -1 प्लस ठीक है जी √33/4 ਅਤੇ दोस्तों -1 -√13/4 ਦਿੱਤੀ ਗਈ ਸਮੀਕਰਨ ਦੇ ਮੂਲ ਹਨ। ਤਾਂ ਅਗਲਾ ਪ੍ਰਸ਼ਨ ਦੂਸਰਾ ਕੀ ਹੈ, ਹੇਠ ਦਿੱਤੀ ਸਮੀਕਰਨ ਦੇ ਮੂਲ ਪਤਾ ਕਰੋ। ਠੀਕ ਹੈ ਜੀ, ਤਾਂ ਇਹਨਾਂ ਦੇ ਦਿੱਤੀ ਗਈ ਸਮੀਕਰਨ ਦਾ ਦੋਸਤੋ ਅਸੀਂ ਲੈਂਦੇ ਹਾਂ x = -4 ਠੀਕ ਹੈ ਜੀ। ਹੁਣ ਕੀ ਆ ਜਾਏਗਾ 1/x + 4 -1x - 7 ਤੇ ਆ ਜਾਏਗਾ 11/30। ਤਾਂ ਦੋਸਤੋ ਉਸ ਤੋਂ ਬਾਅਦ ਇਹ ਸਾਰੀ ਇਹਨਾਂ ਨੇ ਮੈਥਮੈਟਿਕਸ ਦੀ ਆ ਜਿਹੜੀ ਸੋਲੂਸ਼ਨ ਆ ਉਹ ਦਿੱਤੀ ਹੋਈ ਆ, ਤੇ ਜਿਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਜੋ ਇੱਕ ਦੋ ਘਾਤੀ ਸਮੀਕਰਨ ਹੈ ਇੱਥੇ a = 1 b = -3 c = 2, ਇਸ ਲਈ a² - 4ac = -3 ਬ੍ਰੈਕਟ ਦਾ ਵਿੱਚ ਦਿੱਤਾ ਹੋਇਆ ਤੇ 2 ਸਕੁਅਰ ਦਿੱਤਾ ਹੋਇਆ ਵਾ ਸੌਰੀ, ਤੇ -4 ਤੇ 1 × 2 ਠੀਕ ਹੈ ਜੀ। ਤਾਂ ਇਹਦੇ ਵਿੱਚ ਦੋਸਤੋ ਕੀ ਦਿੱਤਾ ਹੋਇਆ ਆਨਸਰ ਆ ਜਾਣਾ ਫਿਰ ਆਪਣਾ ਇਹ ਜਿਹੜਾ 9 - 8 = 1 ਤਾਂ ਜ਼ਿਆਦਾ ਵਾ 0 ਨਾਲ, ਤਾਂ ਇਹਦੇ ਵਿੱਚ ਦੇਖ ਲਓ ਕੀ ਹੈ। ਇਸ ਲਈ ਹੁਣ ਜਿਹੜਾ ਦੋ ਘਾਤੀ ਸਮੀਕਰਨ ਦੇ ਮੂਲ ਵਾਸਤਵਿਕ ਹਨ, ਤਾਂ ਇਹ ਦੇ ਵਿੱਚ ਸੋਲਵ ਕਰਕੇ ਇਹਨਾਂ ਨੇ ਕਿਹਾ ਵਾ ਕਿ x 2 ਆ ਗਿਆ ਅਤੇ 1, ਇਸ ਲਈ 2 ਅਤੇ ਦਿੱਤੀ ਗਈ ਸਮੀਕਰਨ ਦੇ ਮੁੱਲ ਹਨ। ਠੀਕ ਹੈ, ਇਸ ਨੂੰ ਤੁਸੀਂ ਆਪਣਾ ਦੇਖ ਲਓ। ਤੇ ਅਭਿਆਸ ਦੇ ਪ੍ਰਸ਼ਨ ਦਿੱਤੇ ਹੋਏ ਹਨ, ਤੁਸੀਂ ਇਸ ਨੂੰ ਖੁਦ ਸੋਲਵ ਕਰਨੇ ਹਨ। ਦੇਖ ਲਓ ਇਹ ਵਾਲਾ ਤੇ ਇਹ ਵਾਲਾ, ਇਹ ਤੁਸੀਂ ਖੁਦ ਸੋਲਵ ਕਰਨੇ ਹਨ। ਤੇ ਅਗਲਾ ਹੁਣ ਜਿਹੜਾ ਹੈਗਾ ਤੁਹਾਡਾ ਆ ਗਿਆ ਅਧਿਆਇ 5ਵਾਂ। ਇਹਦੇ ਵਿੱਚ ਥੋੜ੍ਹੇ ਹੁਣ ਬੜੇ ਪ੍ਰਸ਼ਨ ਦਿੱਤੇ ਹੋਏ ਹਨ, ਕਿਉਂਕਿ ਜਿਹੜਾ ਆਪਾਂ ਪਹਿਲਾ 5ਵਾਂ ਕੀਤਾ ਸੀਗਾ ਉਹਦੇ ਵਿੱਚ ਛੋਟੇ ਕੁਐਸਚਨ ਸਨ, ਹੁਣ ਇੱਥੇ ਵੱਡੇ ਕੁਐਸਚਨ ਹਨ। ਠੀਕ ਹੈ ਜੀ, ਤਾਂ ਦੋਸਤੋ ਦੇਖੋ ਹੇਠ ਦਿੱਤੀ ਜਿਹੜਾ ਅੰਕ ਗਣਿਤਕ ਲੜੀ ਵਿੱਚ ਕਿੰਨੇ ਪਦ ਹਨ। ਠੀਕ ਹੈ ਜੀ, ਆਹ ਦੇਖ ਲਓ ਕੁਐਸਚਨ ਦਿੱਤੇ ਹੋਏ, ਦਿੱਤੀ ਹੋਈ ਜਿਹੜੀ AP ਇਜ਼ 18 15 1/2 13 ਠੀਕ ਹੈ ਮਾਈਨਸ ਹਾਂਜੀ 1/2 ਤੇ 13 ਦਿੱਤਾ ਹੋਇਆ ਤੇ -47 ਦਿੱਤਾ ਹੋਇਆ ਵਾ। ਤਾਂ ਦੋਸਤੋ ਇਹਨੂੰ ਸੋਲਵ ਕਰਨ ਤੋਂ ਬਾਅਦ ਠੀਕ ਹੈ ਇੱਥੇ ਦੇਖੋ ਕੀ ਹੋਇਆ, ਇੱਥੇ A ਠੀਕ ਹੈ ਜੀ 18.18 ਆ ਜਾਏਗੀ, D ਆ ਜਾਏਗਾ ਦੋਸਤੋ 31.2 -18 ਤੇ ਇਹ ਤੋਂ ਬਾਅਦ ਦੋਸਤੋ 31 - 36/2 ਠੀਕ ਹੈ, ਤੇ ਮਾਈਨਸ ਦੇ ਵਿੱਚ ਦੋਸਤੋ 5.2 ਅਤੇ A = ਕੀ ਆ ਜਾਏਗਾ -47। ਮੰਨ ਲਓ ਦਿੱਤੀ ਹੋਈ ਜਿਹੜੀ ਹੈਗੀ AP ਵਿੱਚ n ਪਦ ਹਨ। ਅਸੀਂ ਜਾਣਦੇ ਹਾਂ ਕਿ AN = A + n - 1 D ਇਹ ਫਾਰਮੂਲਾ ਵਾ, ਤੇ ਇਸ ਦੇ ਫਾਰਮੂਲੇ ਵਿੱਚ ਵੈਲਿਊ ਨੂੰ ਪੁੱਟ ਕੀਤਾ ਤੇ ਸੋਲਵ ਕਰਨ ਤੋਂ ਬਾਅਦ ਦੋਸਤੋ ਇੰਨਾ ਆ ਜਾਊਗਾ। ਫਿਰ ਇਸ ਨੂੰ ਜਦੋਂ ਹੋਰ ਸੋਲਵ ਕੀਤਾ ਤਾਂ ਇੰਨਾ ਆ ਗਿਆ, ਤੇ ਉਸ ਤੋਂ ਬਾਅਦ ਦੋਸਤੋ ਇਸ ਨੂੰ ਸੋਲਵ ਕਰੀ ਗਏ ਤਾਂ ਆਖਰੀ ਦੇ ਵਿੱਚ ਦੋਸਤੋ ਜਿਹੜਾ ਆਨਸਰ 27 ਆ ਜਾਏਗਾ। ਇਕੁਏਸ਼ਨ ਦੇਖ ਲਓ ਕਿਵੇਂ ਇਹਨਾਂ ਨੇ ਬਣਾਈਆਂ ਹਨ, ਈਜ਼ੀ ਹਨ। ਇਸ ਲਈ ਦਿੱਤੀ ਹੋਈ ਜਿਹੜੀ AP ਵਿੱਚ 27 ਪਦ ਹਨ। ਦੂਸਰਾ ਪ੍ਰਸ਼ਨ, ਉਸ AP ਦਾ 31ਵਾਂ ਪਦ ਪਤਾ ਕਰੋ ਜਿਸ ਦਾ 11ਵਾਂ ਪਦ 38 ਅਤੇ 16ਵਾਂ ਪਦ 73 ਹੈ। ਤਾਂ ਦੇਖੋ ਮੰਨ ਲਓ ਕਿ A ਅਤੇ D ਕ੍ਰਮਵਾਰ ਦਿੱਤੀ ਹੋਈ AP ਦਾ ਪਹਿਲਾ ਪਦ ਹੈ ਅਤੇ ਸਾਂਝਾ ਅੰਤਰ ਹੈ। ਸਾਡੇ ਕੋਲ ਕੀ ਹੈ A11 = A + 10 D = 38 ਪਹਿਲੀ, ਅਤੇ ਦੂਸਰੀ ਕੀ ਹੈ A16 = A + 15 D = 73। ਤਾਂ ਦੇਖੋ ਇਹਦੇ ਵਿੱਚ ਸਮੀਕਰਨ 2 ਅਤੇ ਸਮੀਕਰਨ ਪਹਿਲੇ ਨੂੰ ਠੀਕ ਹੈ ਜੀ ਇਹ ਦੋਨਾਂ ਵਿੱਚੋਂ ਘਟਾਉਣ ਤੇ ਅਸੀਂ ਪ੍ਰਾਪਤ ਕਰਦੇ ਹਾਂ ਕਿੰਨਾ ਪ੍ਰਾਪਤ ਕਰਦੇ ਹਾਂ -5D = -35 ਠੀਕ ਹੈ ਜੀ। ਤੇ ਇਸ ਦਾ ਫਿਰ ਕਟਿੰਗ ਕਰਨ ਤੋਂ ਬਾਅਦ ਕਿੰਨਾ ਆ ਜਾਏਗਾ 7 ਆ ਜਾਏਗਾ। ਤੇ ਉਸ ਤੋਂ ਬਾਅਦ ਦੋਸਤੋ D ਦਾ ਜਿਹੜਾ ਹੈਗਾ ਮੂਲ ਸਮੀਕਰਨ 1 ਵਿੱਚ ਭਰਨ ਤੇ ਅਸੀਂ ਪ੍ਰਾਪਤ ਕਰਦੇ ਹਾਂ। ਤਾਂ ਦੇਖ ਲਓ ਇਹਦੇ ਵਿੱਚ A + 10 ਠੀਕ ਹੈ × 7 ਤੇ = 38। ਇਸ ਨੂੰ ਸੋਲਵ ਕਰਨ ਤੋਂ ਬਾਅਦ ਦੋਸਤੋ ਕਿੰਨਾ ਆ ਜਾਏਗਾ ਤੁਹਾਡਾ 30 + A 31 A + 30। ਤੇ ਉਸ ਤੋਂ ਬਾਅਦ ਦੋਸਤੋ ਇੱਥੇ ਆ ਜਾਏਗਾ ਆਪਣਾ 32 + 30 × 7 ਤੇ 32 ਪਲੱਸ ਦੋਸਤੋ ਮਾਈਨਸ ਦੇ ਵਿੱਚ 32 ਆ, ਇੱਥੇ -32 + 2 10 ਤੇ 178 ਦਾ ਦੋਸਤੋ ਆ ਜਾਏਗਾ। ਤੇ ਇਸ ਲਈ ਦੋਸਤੋ ਦਿੱਤੀ ਗਈ AP ਦੇ ਵਿੱਚ 31ਵਾਂ ਪਦ 178 ਹੈ। ਅਭਿਆਸ ਲਈ ਕੁਝ ਪ੍ਰਸ਼ਨ ਦਿੱਤੇ ਹੋਏ ਹਨ ਦੋਸਤੋ, ਇਸ ਨੂੰ ਤੁਸੀਂ ਸਕਰੀਨਸ਼ਾਟ ਲੈਣੇ। ਹੁਣ ਅਗਲਾ ਪ੍ਰਸ਼ਨ ਦੇਖਦੇ ਹਾਂ ਦੋਸਤੋ ਅਧਿਆਇ 9ਵੇਂ ਦੇ ਵਿੱਚੋਂ ਤਿਕੋਣੋਮਿਤੀ। ਹਾਂਜੀ, ਤਿਕੋਣੋਮਿਤੀ ਦੇ ਕੁਝ ਉਪਯੋਗ। ਤਾਂ ਦੇਖੋ ਇੱਕ ਨਹਿਰ ਦੇ ਇੱਕ ਤੱਟ ਤੇ ਇੱਕ TV ਟਾਵਰ ਸਿੱਧਾ ਖੜਾ ਹੈ। ਟਾਵਰ ਦੇ ਠੀਕ ਸਾਹਮਣੇ ਦੂਜੇ ਤੱਟ ਤੇ ਇੱਕ ਹੋਰ ਬਿੰਦੂ ਤੋਂ ਟਾਵਰ ਸਿਖਰ ਦਾ ਉਚਾਰਨ ਕੋਣ 60 ਡਿਗਰੀ ਹੈ। ਤਾਂ ਦੇਖ ਲਓ ਆਹ ਵਾਲੀ ਜਿਹੜੀ ਟਾਵਰ ਆ ਠੀਕ ਹੈ ਜੀ, ਆਹ ਦਿੱਤਾ ਹੋਇਆ ਸਾਰਾ ਡਾਇਗਰਾਮ, ਇਸ ਨੂੰ ਚੰਗੀ ਤਰ੍ਹਾਂ ਦੇਖ ਲਓ। ਤੇ ਇੱਥੇ ਹੁਣ ਦੇਖੋ ਕੀ ਦਿੱਤਾ ਇਹਨਾਂ ਨੇ ਕਿ ਇਸ ਤੱਟ ਤੋਂ ਇਸ ਬਿੰਦੂ ਦੇ 20 ਮੀਟਰ ਦੂਰ ਅਤੇ ਇਸ ਬਿੰਦੂ ਨੂੰ ਮੀਨਾਰ ਦੇ ਆਧਾਰ ਤੇ ਬਿੰਦੂ ਨਾਲ ਮਿਲਾਉਣ ਵਾਲੀ ਰੇਖਾ ਤੇ ਸਥਿਤ ਇੱਕ ਹੋਰ ਬਿੰਦੂ ਤੋਂ ਟਾਵਰ ਦਾ ਸਿਖਰ ਜਿਹੜਾ ਹੈਗਾ ਉਚਾਣ ਕੁੱਲ 30 ਜਿਹੜਾ ਹੈਗਾ ਡਿਗਰੀ ਦੇ ਦੇਖੋ ਚਿੱਤਰ। ਤਾਂ ਟਾਵਰ ਦੀ ਉਚਾਈ ਅਤੇ ਨਹਿਰ ਦੀ ਚੌੜਾਈ ਪਤਾ ਕਰੋ। ਤਾਂ ਚੌੜਾਈ ਪਤਾ ਕਰੋ। ਮੰਨ ਲਓ ਕਿ AB = H ਮੀਟਰ TV ਦੀ ਟਾਵਰ ਦੀ ਉਚਾਈ ਨੂੰ ਪ੍ਰਗਟ ਕਰਦਾ ਹੈ, ਅਤੇ ਮੰਨ ਲਓ ਕਿ ਬਿੰਦੂ C ਟਾਵਰ ਦੇ ਸਾਹਮਣੇ ਨਹਿਰ ਦੇ ਦੂਸਰੇ ਤੱਟ ਤੇ ਇਸ ਤਰ੍ਹਾਂ
है कि जिहड़ा एंगल ए सी बी 60 डिग्री है, इसे तट ते एक होर बिंदु डी बिंदु सी तो 20 मीटर की दूर तो है, भाव सी डी इक्वल टू 20 मीटर। तो तद जिहड़ा हैगा एंगल ए डी बी 30 डिग्री। तो समा कोण दोस्तों जिहड़ा हैगा वा ट्रायंगल ए बी सी विच tan 60 डिग्री ए बी अपॉइंट बी सी। तो दोस्तों √3 इक्वल टू एच अपॉइंट बी सी। तो फिर और क्या आ जाएगा, एच बी सी अपॉइंट √3 बी सी इक्वल टू दोस्तों एच अपॉइंट √3। तो सम कोण दोस्तों की आ जाएगा अपना कि ट्रायंगल ए बी डी विच tan 30 ए बी अपॉइंट बी डी। तो उस तो बाद आह सॉल्व करके इन्होंने दी हुई है। तो उस तो बाद जिहड़ा लास्ट दे विच दोस्तों आ जाएगा अपना एच अपॉइंट √3 प्लस बी इक्वल टू एच अपॉइंट √3। तो दोस्तों इस समीकरण पहला तो दूसरा पहला का उपयोग करन ते ठीक है जी की आ जाएगा। तो देख लो ये आह जी सॉल्व हुई जा रही है। तो इसनूं सॉल्व करन तो बाद जिहड़ा हैगा वा इसलिए दोस्तों जिहड़ा ये वाला 10 मीटर इसका आंसर आ जाएगा। इसलिए टीवी टावर की ऊंचाई तो एच इक्वल टू 10 √3 मीटर है, यानी कि बी सी जी हैगी दोस्तों 10 मीटर, यानी नहर की चौड़ाई दोस्तों इक्वल टू बी सी 10 मीटर आ जाएगी। ठीक है। तो उस तो बाद दोस्तों एक सीधा जिहड़ा राजमार्ग एक मीनार के आधार तक जाता है। मीनार के शिखर पर खड़ा एक आदमी एक बार 30 डिग्री के निवान कोण से देखता है, तो जो मीनार के आधार वाल एक समान चाल नाल आ रही है। 6 सेकंड बाद कार का निवान दोस्तों जिहड़ा हैगा 60 डिग्री हो गया। इस बिंदु के मीनार के आधार तक पहुँचने लई कार द्वारा लिया गया समा पता करो। तो देख लो कि मान लो जिहड़ा ए बी इक्वल टू एच मीटर मीनार की ऊंचाई नूं दर्शाउंदा है और बिंदु सी कार की स्थिति है। तो देखो ता जिहड़ा एंगल ए सी बी 30 डिग्री ते अते जिहड़ा एंगल ए डी बी 60 डिग्री ते समा कोण ट्रायंगल ए डी बी विच tan 60 डिग्री इक्वल टू ए बी अपॉइंट डी बी। ਜਾਂ फिर दोस्तों ये में इन्होंने दिता है कि 1√3 इक्वल टू एच अपॉइंट डी बी। तो उस तो बाद दोस्तों इन्होंने होर ही पाया ये कि एच इक्वल टू डी बी √3 तो सम कोण जो ट्रायंगल ए सी बी विच tan 30 ए बी अपॉइंट सी बी। तो उस तो बाद इन्होंने हाँ दिता होया वा आ देख लो। तो समीकरण जो 1 तो दूसरा तो बाद असी प्राप्त करते हाँ कि आ जाऊगा डी बी √3 सी बी अपॉइंट √3। तो सी बी इक्वल टू 3 डी बी तो सी डी प्लस डी बी 3 डी बी आ जाऊगा। ठीक है जी। तो उस तो बाद दोस्तों आह सॉल्व करन तो बाद की कहा इन्होंने कि 6 सेकंड दूरी सी डी तय करन ते कार की चाल ठीक है दूरी अपॉइंट समा यानी कि सी डी अपॉइंट 6 आ जाएगा। ठीक है। उस तो बाद दोस्तों हुण कार द्वारा दूरी डी बी नूं तय करन लई लगा समा दोस्तों दूरी अपॉइंट चाल डी बी अपॉइंट सी डी 6 ये समीकरण 4 का उपयोग करन ते। ठीक है। उस तो बाद दोस्तों की दिता इन्होंने कि 6 डी बी अपॉइंट सी डी इक्वल टू 6 डी बी अपॉइंट 2 डी बी इक्वल टू 3 सेकंड। तो समीकरण 3 का उपयोग करन ते इस तरह बिंदु के मीनार के आधार तक पहुँचने लई एक कार द्वारा लिया गया समा 3 सेकंड है। ठीक है। अभ्यास के प्रश्न दिते हैं तुसीं आ खुद करने हैं। ठीक है जी। ये अभ्यास वाले प्रश्न तुसीं खुद करने हैं। तो अगला प्रश्न तुहाडा चैप्टर दे विच हैगा रचनावां दे विच आधार 8 सेंटीमीटर अते ऊंचाई 4 सेंटीमीटर के एक समदोभुजी त्रिभुज की रचना करो और फिर एक जिहड़ा हैगा होर त्रिभुज की रचना करो जिस दियां जिहड़ियां भुजावां जिहड़ी है समदोभुजी त्रिभुज दियां जिहड़ियां हैगियां ने संगत भुजावां दा जिहड़ा 1 ते 1.2 जिहड़ा हैगा वा गुणा होवे। तो देखो हल की है रचना दे चरण का दोस्तों जिहड़ा एक रेखाखंड बी सी इक्वल टू 8 सेंटीमीटर खिंचो। रेखाखंड बी सी तो जिहड़ा हैगा बिंदु ते जिहड़ा हैगा जिहड़ा समदुभाजक खिंचो। शिखर लंबे एम ए इक्वल टू 4 सेंटीमीटर कट्टो। बी ए ते सी ए नूं मिलाओ। तो इस प्रकार दोस्तों डायग्राम दी है देख लो। इस प्रकार जिहड़ा ट्रायंगल ए बी सी एक जिहड़ा हैगा समदोभुजी त्रिभुज है जिस विच आधार बी सी इक्वल टू 8 सेंटीमीटर अते सिरलेक्स दोस्तों एम ए 4 सेंटीमीटर है। हुण बी सी का वो शिखर ए दे दूसरे पासे ठीक है जी न्योकोण बनाउंदा होया एक ठीक है जी जिहड़ा हैगा वा किरण जिहड़ा हैगा बी एक्स खिंचेगा। ठीक है जी। उस तो बाद दोस्तों जिहड़ा बी एक्स ते 3 बिंदु यानी कि दोस्तों 1.1 ते 1.2 इक्वल टू 3.2 विच 3 अते 2 विच वंडी संख्या ठीक है B1 B2 अते B3 इस प्रकार अंकित करो कि जिहड़ा हैगा अपना B3 B1 सॉरी BB1 इक्वल टू B1 B2 इक्वल टू B2 B1 होण। तो उस तो बाद 8वां पॉइंट की लिखा इन्होंने कि B2 दूसरा बिंदु 3.2 विच अते 3 अते 2 विचों छोटी संख्या नूं C नाल मिलाओ अते B तो ही ठीक है जी हो के जाण वाली जिहड़ी B ते C दी जिहड़े समांतर एक रेखा ਵਧਾਉਣ ते जिहड़ा रेखाखंड BC नूं C कटदी हो भी खिंचो। ठीक है। तो 9वें विच इन्होंने की लिखा है कि जिहड़ा C तो हो के जाण वाली CA दा जमा समांतर एक रेखा ਵਧਾਉਣ दे रेखाखंड BA नूं A तो कटदा होए खिंचो। देखो चित्र तद ABC लोड़ींदे त्रिभुज है। तो दोस्तों चित्र किहड़ा वै ये वाला है जिहड़ा ये चित्र है
ठीक है, जो कि ਤੁਹਾਨੂੰ ਇੱਥੇ ਸਮਝਾਇਆ ਗਿਆ ਵਾ। ਤੇ ਉਸ ਤੋਂ ਬਾਅਦ ਦੋਸਤੋ ਦੂਸਰਾ ਕੁਐਸਚਨ ਕਿ 3 ਸੈਂਟੀਮੀਟਰ ਜਿਹੜਾ ਵਿਆਸ ਦੀ ਇੱਕ ਚੱਕਰ ਖਿੱਚੋ, ਇਸ ਦੇ ਕਿਸੇ ਵੀ ਵਧਾਏ ਗਏ ਵਿਆਸ ਦੇ ਕੇਂਦਰ ਤੇ 7 ਸੈਂਟੀਮੀਟਰ ਦੀ ਦੂਰੀ ਸਥਿਤ ਬਿੰਦੂ P ਐਂਡ Q ਲਓ। ਇਹਨਾਂ ਦੋਨਾਂ ਬਿੰਦੂਆਂ ਦੇ ਠੀਕ ਹੈ ਜੀ ਜਿਹੜੇ ਚੱਕਰ ਤੇ ਜਿਹੜਾ ਹੈਗਾ ਸਪਰਸ਼ ਰੇਖਾਵਾਂ ਖਿੱਚੋ। ਤਾਂ ਹਲ ਕੀ ਹੈ, ਦੇਖੋ ਦਿੱਤਾ ਗਿਆ 3 ਸੈਂਟੀਮੀਟਰ ਅਰਧ ਵਿਆਸ ਅਤੇ ਕੇਂਦਰ ਉਹ ਵਾਲਾ ਇੱਕ ਚੱਕਰ ਹੈ ਬਿੰਦੂ P ਅਤੇ Q, ਇਸ ਦੇ ਵਧਾਏ ਗਏ ਜਿਹੜੇ ਵਿਆਸ ਤੇ ਕੇਂਦਰ 7 ਸੈਂਟੀਮੀਟਰ ਦੀ ਦੂਰੀ ਤੇ ਸਥਿਤ ਹਨ। ਭਾਵ OP = OQ 7 ਸੈਂਟੀਮੀਟਰ। ਲੋਡ ਇਹਨਾਂ ਦੋਵਾਂ ਬਿੰਦੂਆਂ ਦੇ ਦਿੱਤੇ ਗਏ ਚੱਕਰ ਤੇ ਸਮਰੱਪ ਜਿਹੜੀ ਰੇਖਾਵਾਂ ਖਿੱਚਣਾ। ਤਾਂ ਆਹ ਵਾਲਾ ਇਹ ਡਾਇਗਰਾਮ ਦਿੱਤਾ ਹੋਇਆ ਵਾ, ਇਸ ਨੂੰ ਦੇਖ ਲਓ। ਤੇ ਉਸ ਤੋਂ ਬਾਅਦ ਦੋਸਤੋ ਰਚਨਾਵਾਂ ਦੇ ਚਰਨ ਤਾਂ ਦੇਖੋ 3 ਸੈਂਟੀਮੀਟਰ ਅਰਧ ਵਿਆਸ ਅਤੇ ਕੇਂਦਰ ਉਹ ਵਾਲਾ ਇੱਕ ਚੱਕਰ ਖਿੱਚੋ। ਦੋ ਬਿੰਦੂ P ਅਤੇ Q, ਇਸ ਦੇ ਵਾਧੇ ਦਾ ਵਿਆਸ ਤੇ ਕੇਂਦਰ ਤੋਂ 7 ਸੈਂਟੀਮੀਟਰ ਦੀ ਦੂਰੀ ਤੇ ਇਸ ਪ੍ਰਕਾਰ ਲਓ ਕਿ OP = OQ ਜਿਹੜਾ ਹੈਗਾ 7 ਸੈਂਟੀਮੀਟਰ ਹੋਵੇ। OP ਅਤੇ OQ ਨੂੰ ਕ੍ਰਮਵਾਰ ਬਿੰਦੂ M ਅਤੇ N ਤੇ ਜਿਹੜਾ ਹੈਗਾ ਸਮਦੂ ਭਾਜਿਤ ਕਰੋ। M ਅਤੇ N ਨੂੰ ਕੇਂਦਰ ਮੰਨ ਕੇ ਕ੍ਰਮਵਾਰ OM ਅਤੇ ON ਅਰਧ ਵਿਆਸ ਲੈ ਕੇ ਦੋ ਚੱਕਰ ਖਿੱਚੋ ਜਿਹੜੇ ਹੈਗੇ ਆ ਦਿੱਤੇ ਗਏ। ਇਸੇ ਤਰ੍ਹਾਂ ਚੱਕਰ ਨੂੰ ਕ੍ਰਮਵਾਰ TU ਅਤੇ RS ਤੇ ਕੱਟਣ। PT PU QR ਅਤੇ QS ਨੂੰ ਮਿਲਾਓ। PT PU QR ਅਤੇ QS ਲੋੜੀਂਦੀਆਂ ਸਪਰਸ਼ ਰੇਖਾਵਾਂ ਹਨ। ਠੀਕ ਹੈ ਜੀ, ਤਾਂ ਉਸ ਤੋਂ ਬਾਅਦ ਇਹ ਖਤਮ ਹੋ ਗਿਆ। ਅਤੇ ਅਭਿਆਸ ਲਈ ਦੋਸਤੋ ਆਹ ਪ੍ਰਸ਼ਨ ਦਿੱਤੇ ਹੋਏ ਹਨ ਅਤੇ ਅਭਿਆਸ ਵਾਲੇ ਪ੍ਰਸ਼ਨ ਦੋਸਤੋ ਤੁਸੀਂ ਇੱਥੇ ਖੁਦ ਕਰਨੇ ਹਨ, ਇਸ ਨੂੰ ਦੇਖ ਲਓ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਦੋਸਤੋ ਤੁਹਾਡਾ ਹੈ ਆਪਣਾ ਸੱਤਾ ਦਾ ਖੇਤਰਫਲ ਅਤੇ ਆਇਤਨ। ਤਾਂ ਦੇਖੋ 12 ਸੈਂਟੀਮੀਟਰ ਵਿਆਸ ਅਤੇ 15 ਸੈਂਟੀਮੀਟਰ ਉਚਾਈ ਵਾਲੇ ਇੱਕ ਲੰਬ ਚੱਕਰੀ ਬੋਲਣ ਦੇ ਆਕਾਰ ਬਰਤਨ ਠੀਕ ਹੈ ਜੀ ਆਈਸਕ੍ਰੀਮ ਨਾਲ ਪੂਰਾ ਭਰਿਆ ਹੋਇਆ ਹੈ। ਇਸ ਆਈਸਕ੍ਰੀਮ ਦੀ ਉਚਾਈ 12 ਸੈਂਟੀਮੀਟਰ ਅਤੇ ਵਿਆਸ 6 ਸੈਂਟੀਮੀਟਰ ਵਾਲੇ ਜਿਹੜਾ ਹੈਗਾ ਸ਼ੰਕੂਆਂ ਵਿੱਚ ਭਰਿਆ ਜਾਣਾ ਹੈ, ਜਿਨ੍ਹਾਂ ਦੇ ਉੱਪਰ ਦੋਸਤੋ ਜਿਹੜੀ ਸਿਰਾ ਅਰਧ ਗੋਲਕਾਰ ਹੋਵੇਗਾ। ਉਹਨਾਂ ਦੀ ਜਿਹੜੀ ਹੈਗੀ ਜਿਹੜੀ ਸ਼ੰਕੂਆਂ ਦੀ ਸੰਖਿਆ ਪਤਾ ਕਰੋ ਜੋ ਆਈਸਕ੍ਰੀਮ ਨਾਲ ਭਰੇ ਜਾ ਸਕਦੇ ਹਨ। ਤਾਂ ਦੇਖ ਲਓ ਇਹਦੇ ਵਿੱਚ ਕੀ ਹੈ ਕਿ ਜਿਹੜਾ ਬੋਲਣਕਾਰ ਬਰਤਨ ਦਾ ਵਿਆਸ 12 ਸੈਂਟੀਮੀਟਰ, ਬੋਲਣਕਾਰ ਬਰਤਨ ਦਾ ਅਰਧ ਵਿਆਸ R ਠੀਕ ਹੈ ਜੀ 12.2, ਤਾਂ ਕੀ ਆ ਜਾਏਗਾ ਆਪਣਾ ਆ ਜਾਏਗਾ 6 ਸੈਂਟੀਮੀਟਰ ਅਤੇ ਬੋਲਣਕਾਰ ਦਾ ਬਰਤਨ ਦੀ ਉਚਾਈ H ਯਾਨੀ ਕਿ 15 ਸੈਂਟੀਮੀਟਰ। ਤਾਂ ਬੋਲਣਕਾਰ ਬਰਤਨ ਆਇਤਨ ਦੋਸਤੋ ਜਿਹੜਾ ਹੈਗਾ πr ਦਾ ਸਕੁਅਰ H। ਤਾਂ ਇਹਦੇ ਵਿੱਚ ਵੈਲਿਊ ਪੁੱਟ ਕਰਨ ਤੋਂ ਬਾਅਦ ਦੋਸਤੋ ਕੀ ਆ ਜਾਏਗਾ, ਹਾਂਜੀ 11830/7 ਸੈਂਟੀਮੀਟਰ ਇੱਥੇ ਆ ਜਾਏਗਾ। ਅਤੇ ਉਸ ਤੋਂ ਬਾਅਦ ਆਹ ਦੇਖ ਲਓ ਡਾਇਗਰਾਮ। ਠੀਕ ਹੈ ਜੀ, ਅਤੇ ਡਾਇਗਰਾਮ ਦੇਖਣ ਤੋਂ ਬਾਅਦ ਇਸ ਨੂੰ ਥੱਲੇ ਹੋਰ ਸੋਲਵ ਕੀਤਾ ਹੈ ਕਿ ਸ਼ੰਕੂ ਦਾ ਜਿਹੜਾ ਹੈਗਾ ਵਿਆਸ 6 ਸੈਂਟੀਮੀਟਰ, ਸ਼ੰਕੂ ਦਾ ਅਰਧ ਵਿਆਸ 3 ਸੈਂਟੀਮੀਟਰ, ਸ਼ੰਕੂ ਦੀ ਉਚਾਈ 12 ਸੈਂਟੀਮੀਟਰ ਅਤੇ ਸ਼ੰਕੂ ਆਕਾਰ ਭਾਗ ਦਾ ਜਿਹੜਾ ਆਇਤਨ 1.3 πr ਦਾ ਸਕੁਅਰ H। ਤਾਂ ਇਸ ਨੂੰ ਫਿਲ ਕਰਨ ਤੋਂ ਬਾਅਦ ਦੋਸਤੋ ਆ ਜਾਏਗਾ ਤੁਹਾਡਾ 22×9×4 7 ਸੈਂਟੀਮੀਟਰ ਦਾ ਜਿਹੜਾ ਕਿਊਬ। ਤਾਂ ਦੇਖੋ ਹੁਣ ਜਿਹੜਾ ਅਰਧ ਗੋਲਕਾਰ ਭਾਗ ਦਾ ਅਰਧ ਵਿਆਸ ਸ਼ੰਕੂ ਦਾ ਅਰਧ ਵਿਆਸ = 3 ਸੈਂਟੀਮੀਟਰ। ਠੀਕ ਹੈ ਜੀ, ਤਾਂ ਅਰਧ ਗੋਲਕਾਰ ਭਾਗ ਦਾ ਆਇਤਨ 2.3 πr ਕਿਊਬ = 2.3 × 22/7 ਠੀਕ ਹੈ 3 ਦਾ ਜਿਹੜਾ ਕਿਊਬ ਆ। ਤਾਂ ਇਸ ਨੂੰ ਸੋਲਵ ਕਰਨ ਤੋਂ ਬਾਅਦ ਤੁਹਾਡੇ ਕੋਲ ਜਿਹੜਾ ਆਏਗਾ ਵਾ 22.7 × 18 ਸੈਂਟੀਮੀਟਰ ਦਾ ਕਿਊਬ ਇਹਦੇ ਵਿੱਚ ਆ ਜਾਏਗਾ। ਅਤੇ ਹੁਣ ਇੱਕ ਜਿਹੜਾ ਹੈਗਾ ਸ਼ੰਕੂ ਦਾ ਆਇਤਨ 22×9×4/7 ਤਾਂ 22/7 × 18 ਆ ਜਾਏਗਾ। ਅਤੇ ਉਸ ਤੋਂ ਬਾਅਦ ਦੋਸਤੋ 22/17 36 + 18। ਤਾਂ ਇਸ ਤੋਂ ਬਾਅਦ ਦੋਸਤੋ ਇਸ ਨੂੰ ਸੋਲਵ ਕੀਤਾ ਅਤੇ ਇੱਥੇ ਆ ਜਾਏਗਾ 1188/7 ਸੈਂਟੀਮੀਟਰ ਦਾ ਜਿਹੜਾ ਕਿਊਬ। ਅਤੇ ਦੋਸਤੋ ਸ਼ੰਕੂ ਦੀ ਜਿਹੜੀ ਸੰਖਿਆ ਕੱਢਣ ਲਈ ਕਿਵੇਂ ਹੈ ਕਿ ਬੇਲਣਕਾਰ ਭਾਗ ਦਾ ਆਇਤਨ ਇੱਕ ਸ਼ੰਕੂ ਦਾ ਆਇਤਨ। ਤਾਂ ਇਸ ਨੂੰ ਦੋਸਤੋ ਕੀਤਾ ਤਾਂ 7.1188। ਤਾਂ ਇਹਦੇ ਵਿੱਚ ਕੀ ਆ ਜਾਏਗਾ ਆਪਣਾ ਆਨਸਰ ਇੰਨਾ ਆ ਜਾਏਗਾ। ਠੀਕ ਹੈ ਜੀ, ਤਾਂ ਦੇਖ ਸਕਦੇ ਹੋ 1100 ਜਿਹੜਾ ਹੈਗਾ 880 ਅਤੇ 7 ਅਤੇ ਇਸਨੂੰ ਫਿਰ ਦੋਸਤੋ ਕੀਤਾ ਵਾ 1188 ਅਤੇ 7 ਨੂੰ ਠੀਕ ਹੈ ਜੀ ਨਾਲ। ਅਤੇ ਫਿਰ ਇਹਦਾ ਦੋਸਤੋ ਜਿਹੜਾ ਰਾਈਟ ਆਨਸਰ ਆ ਜਾਏਗਾ ਸਾਡੇ ਸਾਹਮਣੇ ਉਹ 10 ਆ ਜਾਏਗਾ। ਅਤੇ ਉਸ ਤੋਂ ਬਾਅਦ ਦੋਸਤੋ ਆਹ ਤੁਹਾਡਾ ਜਿਹੜਾ ਦੂਸਰਾ ਪ੍ਰਸ਼ਨ ਹੈ ਦੇਖ ਲਓ 6 ਸੈਂਟੀਮੀਟਰ ਚੇਤੀ ਅਤੇ 1.15 ਮੀਟਰ ਦੀ ਜਿਹੜੀ ਰਹਿੰਦੀ ਡੂੰਘੀ ਇੱਕ ਨਹਿਰ ਵਿੱਚ ਪਾਣੀ 10 ਕਿਲੋਮੀਟਰ ਦੀ ਚਾਲ ਰਹਿਤ ਚੱਲ ਰਿਹਾ ਹੈ। 30 ਮਿੰਟ ਵਿੱਚ ਇਹ ਨਹਿਰ ਕਿੰਨੇ ਖੇਤਰਫਲ ਦੀ ਸਿੰਚਾਈ ਕਰ ਸਕੇਗੀ, ਜਦਕਿ ਸਿੰਚਾਈ ਦੇ ਲਈ 8 ਸੈਂਟੀਮੀਟਰ ਡੂੰਘੇ ਪਾਣੀ ਦੀ ਜ਼ਰੂਰਤ ਹੁੰਦੀ ਹੈ। ਠੀਕ ਹੈ ਜੀ, ਤਾਂ ਇੱਥੇ ਦੇਖ ਲਓ ਕਿ 1 ਘੰਟੇ ਵਿੱਚ ਪਾਣੀ ਦਾ ਵਹਾਅ ਦੋਸਤੋ 10 ਕਿਲੋਮੀਟਰ ਹੈ। 1.2 ਘੰਟੇ ਵਿੱਚ ਪਾਣੀ ਦਾ ਵਹਾਅ 10 × 1.25 ਕਿਲੋਮੀਟਰ ਹੈ। 5 ਦਾ ਜਿਹੜਾ ਮਲਟੀਪਲਾਈ ਇੰਟੂ ਦੋਸਤੋ ਕੀ ਦਿੱਤਾ ਹੋਇਆ 1000 ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਦੋਸਤੋ 500 ਮੀਟਰ 5000 ਮੀਟਰ ਆ ਜਾਊਗਾ। ਅਤੇ ਦੋਸਤੋ ਪਾਣੀ ਮਿੰਟਾਂ ਵਿੱਚ ਦੋਸਤੋ ਜਿਹੜਾ ਹੈਗਾ ਵੈ ਤਾਂ ਵਹਾਅ ਇੱਕ ਜਿਹੜਾ = 500 ਮੀਟਰ। ਅਤੇ ਨਹਿਰ ਦੀ ਲੰਬਾਈ ਦੋਸਤੋ H = 6 ਮੀਟਰ ਅਤੇ ਲਹਿਰ ਦੀ ਡੂੰਘਾਈ H = 1.5 ਮੀਟਰ। ਅਤੇ 30 ਮਿੰਟ ਵਿੱਚ ਜਿਹੜੇ ਵਹੇ ਪਾਣੀ ਦਾ ਆਇਤਨ ਦੋਸਤੋ 1 × H ਆ ਦੇਖ ਲਓ ਦੋਸਤੋ 1 ਲਿਖਿਆ ਹੋਇਆ ਕਿ ਕੁਝ ਹੋਰ ਲਿਖਿਆ ਹੋਇਆ, ਜੋ ਵੀ ਇੱਥੇ ਵਿੱਚ ਆਹ ਲਿਖਿਆ ਹੋਏਗਾ ਤੁਸੀਂ ਖੁਦ ਸਮਝ ਲੈਣਾ ਵਾ। ਇੱਥੇ ਮੈਨੂੰ 1 ਨਹੀਂ ਲੱਗ ਰਿਹਾ, ਕੁਝ ਹੋਰ ਹੈ ਫਾਰਮੂਲੇ ਦਾ ਵਾ ਇਹ।
ਤੇ ਉਸ ਤੋਂ ਬਾਅਦ ਦੋਸਤੋ ਦੇਖੋ ਇਹਨਾਂ ਨੇ ਕੀ ਕੀਤਾ, ਵੈਲਿਊ ਪੁੱਟ ਕੀਤੀ ਹੈ। ਇਹ 1 ਨਹੀਂ ਹੈਗਾ ਦੋਸਤੋ, ਕੁਛ ਆਈ ਹੈ ਐਲ ਹੋਣਾ ਇਹ, ਇਸ ਨੂੰ ਦੇਖ ਲਓ। ਤੇ 5000 ਇੰਟੂ 6 ਇੰਟੂ ਆਪਣਾ 1.5 ਤੇ 5000 ਇੰਟੂ 6 ਇਸ ਨੂੰ ਜਿਹੜਾ ਹੈਗਾ ਸੋਲਵ ਕਰਨ ਤੋਂ ਬਾਅਦ ਦੋਸਤੋ 45000 ਆ ਜਾਏਗਾ। ਉਹ ਆ ਜਾਏਗਾ ਦੋਸਤੋ ਖੜੇ ਪਾਣੀ ਦੀ ਉਚਾਈ ਦੋਸਤੋ 8 ਸੈਂਟੀਮੀਟਰ 8.100 ਮੀਟਰ ਹੈ, ਠੀਕ ਹੈ ਜੀ। ਤੇ ਇਸ ਤੋਂ ਬਾਅਦ ਦੋਸਤੋ ਆਹ ਜਿਹੜਾ ਦੇਖ ਲਓ ਕਿ ਜਿਹੜਾ ਲੋੜੀਂਦਾ ਖੇਤਰਫਲ ਜਿਹੜਾ ਹੈਗਾ ਵਾ, ਲੋੜੀਂਦਾ ਖੇਤਰਫਲ ਦੋਸਤੋ ਵਹੇ ਪਾਣੀ ਦਾ ਆਇਤਨ ਅਪੋਇੰਟ ਪਾਣੀ ਦੀ ਉਚਾਈ, ਤਾਂ 45000 ਇੰਟੂ 8 ਤਾਂ ਇਹਦਾ ਜਿਹੜਾ ਆਨਸਰ ਆਏਗਾ 100। ਤੇ ਇਹਦੇ ਵਿੱਚ 45000 ਇੰਟੂ 100 ਇੰਟੂ ਅਪੋਇੰਟ 8 ਤਾਂ 56 25 ਇੰਟੂ 100, ਤਾਂ ਇਹਦਾ ਜਿਹੜਾ ਆਨਸਰ ਆ ਜਾਏਗਾ ਦੋਸਤੋ ਕਿੰਨਾ ਆ ਜਾਏਗਾ 56.25 ਹੈਕਟੇਅਰ। ਤਾਂ ਇਸ ਲਈ ਜਿਹੜਾ ਸਿੰਚਾਈ ਕੀਤਾ ਗਿਆ ਖੇਤਰਫਲ 5625 ਸੈਂਟੀਮੀਟਰ ਜਾਂ ਫਿਰ 56.25 ਜਿਹੜਾ ਹੈਗਾ ਵਾ ਹੈਕਟੇਅਰ ਹੋਏਗਾ। ਤੇ ਉਸ ਤੋਂ ਬਾਅਦ ਦੋਸਤੋ ਅਧਿਆਇ ਜਿਹੜਾ ਆਪਣਾ 6ਵਾਂ ਚਾਲੂ ਹੋਏਗਾ ਇੱਥੋਂ। ਤਾਂ ਅਧਿਆਇ 6ਵੇਂ ਦੇ ਵਿੱਚ ਦੋਸਤੋ ਕੀ ਹੈ, ਤਾਂ ਜਿਹੜਾ ਅਧਿਆਇ 6ਵਾਂ ਹੈ ਦੋਸਤੋ ਇਹਦੇ ਵਿੱਚ ਆਹ ਕੁਐਸਚਨ ਦਿੱਤੇ ਹੋਏ ਹਨ। ਅਧਿਆਇ 6ਵਾਂ ਤ੍ਰਿਭੁਜ, ਠੀਕ ਹੈ ਜੀ। ਤੇ ਇਹ ਦੋਸਤੋ ਤੁਸੀਂ ਆਹ ਦੇਖ ਲਓ ਕੁਐਸਚਨ ਇਹਨਾਂ ਦੇ, ਆਹ ਇੰਪੋਰਟੈਂਟ ਕੁਐਸਚਨ ਆਨਸਰ ਹਨ ਦੋਸਤੋ। ਤੁਸੀਂ ਇਹਨਾਂ ਦੇ ਸਕਰੀਨਸ਼ਾਟ ਜਾਂ ਇਸ ਨੂੰ ਰੋਕ ਕੇ ਇਹਨਾਂ ਨੂੰ ਦੇਖ ਲਓ, ਠੀਕ ਹੈ ਜੀ। ਤੇ ਇਸ ਨੂੰ ਸੋਲਵ ਕਰ ਲਿਓ, ਠੀਕ ਹੈ। ਤਾਂ ਇਸ ਨੂੰ ਜੋ ਦੇਖ ਰਹੇ ਹੋ ਤੁਸੀਂ ਇਸ ਦਾ ਸਕਰੀਨਸ਼ਾਟ ਜਾਂ ਫਿਰ ਸਕਰੀਨ ਨੂੰ ਰੋਕ ਕੇ ਆਪਣਾ ਜਿਹੜਾ ਹੈਗਾ ਇਸ ਨੂੰ ਸੋਲਵ ਕਰ ਲਓ। ਤੇ ਡੇ 7 ਦੇ ਵਿੱਚ ਦੋਸਤੋ ਆ ਗਏ ਆਪਾਂ, ਤੇ ਅਧਿਆਇ 14ਵਾਂ ਅੰਕੜਾ ਵਿਗਿਆਨ, ਠੀਕ ਹੈ ਜੀ। ਤਾਂ ਇਸ ਨੂੰ ਵੀ ਦੋਸਤੋ ਤੁਸੀਂ ਸੋਲਵ ਕਰ ਲੈਣਾ ਵਾ, ਇਹ ਤੁਸੀਂ ਖੁਦ ਕਰਨੇ ਹਨ, ਠੀਕ ਹੈ ਜੀ। ਇੰਪੋਰਟੈਂਟ ਕੁਐਸਚਨ ਹਨ ਇਹ, ਤੇ ਇਸ ਨੂੰ ਦੋਸਤੋ ਤੁਸੀਂ ਖੁਦ ਕਰਨੇ ਹਨ। ਇਹਨਾਂ ਦੇ ਸਕਰੀਨਸ਼ਾਟ ਜਾਂ ਸਕਰੀਨ ਰੋਕ ਕੇ ਇਹਨਾਂ ਨੂੰ ਦੇਖ ਲਓ ਆਹ ਕੁਐਸਚਨਾਂ ਨੂੰ। ਆਹ ਪੰਜਾਬੀ ਮੀਡੀਅਮ ਦੇ ਵਿੱਚ ਕੁਐਸਚਨ ਨੇ ਦੋਸਤੋ। ਤੇ ਇੱਥੇ ਹੀ ਦੋਸਤੋ ਆਹ ਤੁਹਾਡਾ ਖਤਮ ਹੋ ਜਾਣਾ ਵਾ। ਬੈਸਟ ਆਫ ਲੱਕ। ਤਾਂ ਇੱਥੇ ਹੀ ਦੋਸਤੋ ਆਹ ਵੀਡੀਓ ਸਮਾਪਤ ਹੁੰਦੀ ਹੈ, ਜੋ ਕਿ ਮੇਨਲੀ ਇੰਪੋਰਟੈਂਟ ਕੁਐਸਚਨ ਸੀ। ਇਸ ਟਾਈਪ ਦੇ ਤੁਹਾਨੂੰ ਕੁਐਸਚਨ ਜਿਹੜੇ ਹੈਗੇ ਪੁੱਛੇ ਜਾ ਸਕਣਗੇ ਪੇਪਰਾਂ ਦੇ ਵਿੱਚ। ਬਾਕੀ ਅਗਰ ਸਾਡੇ ਕੋਲ ਕੁਝ ਹੋਰ ਵੀ ਪਹੁੰਚਦਾ ਤੁਹਾਨੂੰ ਪ੍ਰੋਵਾਈਡ ਜ਼ਰੂਰ ਕਰਾਵਾਂਗੇ। ਬਾਕੀ ਆਪਣਾ ਟੈਲੀਗ੍ਰਾਮ ਚੈਨਲ ਬਣਿਆ ਹੈ ਮੈਮੋਰੀਅਲ ਜਨਰੇਸ਼ਨ PSB ਦੇ ਨਾਮ ਤੋਂ, ਤੁਸੀਂ ਉਸ ਨੂੰ ਜੁਆਇਨ ਕਰ ਸਕਦੇ ਹੋ। ਓਕੇ ਦੋਸਤੋ, ਚਲੋ ਠੀਕ ਹੈ ਜੀ। ਬਾਕੀ ਕੋਈ ਫਰਦਰ ਅਪਡੇਟ ਆਉਂਦੇ ਤਾਂ ਤੁਹਾਨੂੰ ਜ਼ਰੂਰ ਦੱਸਾਂਗੇ।